ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਪੀ ਨਿਊ ਈਅਰ ਟੂ ਆਲ ਆਫ ਯੂ। ਹੋਪ ਤੁਹਾਡਾ ਆਪਣਾ ਇਹ ਨਵਾਂ ਸਾਲ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਅਮੇਜ਼ਿੰਗ ਜਾਵੇ, ਬਿਕਾਜ਼ 2020 ਨੇ ਸਾਨੂੰ ਬਹੁਤ ਕੁਝ ਸਿਖਾਇਆ ਵੀ, ਬਹੁਤ ਰਵਾਇਆ ਵੀ, ਮਤਲਬ ਐਵਰੀਥਿੰਗ ਹੈਜ਼ ਡਨ ਇਨ 2020। ਸੋ ਅਸੀਂ ਇਹੋ ਉਮੀਦ ਕਰਦੇ ਹਾਂ ਵੀ 2021 ਸਾਡੇ ਲਈ ਬਹੁਤ ਵਧੀਆ ਹੋਵੇ। ਸੋ ਇਸ ਸਾਲ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੇ ਰੈਜ਼ੋਲੂਸ਼ਨ ਬਣਾਇਆ ਹੋਣਾ ਵੀ ਆਪਣੀ ਬੋਡੀ ਨੂੰ ਫਿਟ ਰੱਖਣਾ, ਮਤਲਬ ਇਕੱਲਾ ਵੇਟ ਲੋਸ ਨਹੀਂ ਚਾਹੀਦਾ ਸਾਨੂੰ, ਆਪਣੀ ਹੈਲਥੀ ਲਾਈਫ ਸਟਾਈਲ ਚਾਹੀਦਾ। ਮੀਨਸ ਜਿਹਦੇ ਅਸੀਂ ਕੋਈ ਦਵਾਈਆਂ ਨਾ, ਸਾਨੂੰ ਕੋਈ ਪੀੜ ਨਾ ਹੋਵੇ। ਸੋ ਦੈਟ ਇਜ਼ ਵਾਟ ਮੈਂ ਵੀ ਰੈਜ਼ੋਲੂਸ਼ਨ ਬਣਾਇਆ ਹੈ ਵੀ ਅਸੀਂ ਆਪਣੀ ਬੋਡੀ ਨੂੰ ਹੈਲਥੀ ਬਣਾਉਣਾ ਹੈ। ਠੀਕ ਹੈ, ਮੈਂ ਵੀ, ਤੁਸੀਂ ਵੀ, ਸਾਰਿਆਂ ਨੇ। ਸੋ ਦਿਸ ਇਜ਼ ਮੇਰੀ ਇੱਕ ਸੀਰੀਜ਼ ਸਟਾਰਟ ਹੋਣ ਜਾ ਰਹੀ ਹੈ ਜਿਹਦੇ ਵਿੱਚ ਮੈਂ ਰਜੂਤਾ ਦਿਵਾਕਰ, ਸ਼ੀ ਇਜ਼ ਦ ਵੈਰੀ ਫੇਮਸ ਡਾਇਟੀਸ਼ੀਅਨ ਆਫ ਕਰੀਨਾ ਕਪੂਰ, ਐਂਡ ਬਹੁਤ ਸਾਰੀਆਂ ਅੱਛੀਆਂ ਇਹਨਾਂ ਦੀਆਂ ਬੁੱਕਸ ਨੇ। ਐਂਡ ਜੋ ਅਸੀਂ ਕ੍ਰੈਸ਼ ਡਾਈਟਸ ਲੈਂਦੇ ਹਾਂ, ਫੇਟ ਡਾਈਟਸ ਲੈਂਦੇ ਹਾਂ ਨਾ, ਵੀ ਪ੍ਰੋਟੀਨ ਡਾਈਟ ਲੈ ਲਈ, ਇਹੋ ਜਿਹੀਆਂ ਡਾਈਟਾਂ ਦੇ ਸਾਡੇ ਜਿਹੜੇ ਮਿਥਸ ਨੇ ਉਹ ਸਾਰੇ ਇਹਨਾਂ ਨੇ ਬ੍ਰੇਕ ਕੀਤੇ ਹੋਏ ਆ। ਦਿਸ ਇਜ਼ ਵਨ ਆਫ ਦ ਬੈਸਟ ਬੁੱਕ, ਆਈ ਵੁੱਡ ਰਿਕਮੈਂਡ ਯੂ। ਤੁਸੀਂ ਇਹਨੂੰ ਖੁਦ ਪਰਚੇਜ਼ ਕਰਕੇ ਪੜ੍ਹ ਵੀ ਸਕਦੇ ਹੋ, ਨਹੀਂ ਪੜ੍ਹੋਗੇ ਤਾਂ ਆਈ ਗਿਵ ਸਮਰੀ, ਤੁਸੀਂ ਮੇਰੀ ਵੀਡੀਓ ਦੇਖੋ, ਤੁਹਾਨੂੰ ਇਹਦੀ ਸਾਰੀ ਸਮਰੀ ਡਿਟੇਲ ਦੇ ਵਿੱਚ ਆਈ ਟੈਲ ਯੂ। ਠੀਕ ਹੈ, ਸੋ ਆਪਾਂ ਇਸ ਜਿਹੜੀ ਬੁੱਕ ਆ, ਇਟਸ ਵੈਰੀ ਇੰਟਰਸਟਿੰਗ ਬੁੱਕ, ਆਈ ਵਿਲ ਟੈਲ ਯੂ। ਠੀਕ ਹੈ, ਮੈਂ ਤੁਹਾਨੂੰ ਇਹਦੀ ਸਮਰੀ ਦਊਂਗੀ। ਡੋਂਟ ਲੂਜ਼ ਯੋਰ ਮਾਈਂਡ, ਲੂਜ਼ ਯੋਰ ਵੇਟ। ਠੀਕ ਹੈ, ਬੇਸਿਕਲੀ ਇਹਦੇ ਵਿੱਚ ਜਿਹੜੀ ਰਜੂਤਾ ਦਿਵਾਕਰ ਆ, ਸ਼ੀ ਇਜ਼ ਦ ਕਰੀਨਾ ਕਪੂਰਸ ਡਾਇਟੀਸ਼ੀਅਨ। ਬੇਸਿਕਲੀ ਬਹੁਤ ਸਾਰੇ ਹੋਰ ਫੇਮਸ ਜਿਹੜੇ ਹੈਗੇ ਆ ਉਹਨਾਂ ਦੀ ਡਾਇਟੀਸ਼ੀਅਨ ਨੇ ਇਹ। ਠੀਕ ਹੈ, ਜਿਹਦੇ ਵਿੱਚ ਕਰੀਨਾ ਕਪੂਰ ਇਜ਼ ਵਨ ਆਫ ਦ ਫੇਮਸ ਵਨ। ਠੀਕ ਹੈ, ਉਸ ਤੋਂ ਬਾਅਦ ਇਹ ਬੁੱਕ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਸਾਰੇ ਆਪਣੀ ਜਿਹੜੇ ਜੋ ਅਸੀਂ ਕ੍ਰੇਵਿੰਗਸ ਆਏ ਹੁੰਦਾ ਨਾ, ਵੀ ਜਦੋਂ ਅਸੀਂ ਵੇਟ ਲੋਸ ਵੱਲ ਜਾਂਦੇ ਹਾਂ, ਬੇਸਿਕਲੀ ਅਸੀਂ ਆਪਣਾ ਧਿਆਨ ਕੀ ਹੁੰਦਾ ਵੀ ਬਸ ਛੇਤੀ ਵੇਟ ਲੋਸ ਕਰਾ ਲਓ, ਛੇਤੀ ਕਿਲੋਸ ਘਟਾ ਲਓ, ਬਟ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਵੀ ਸਾਡੀ ਬੋਡੀ ਉਹਦੇ ਨਾਲ ਹੈਲਦੀ ਵੀ ਹੋਣੀ ਚਾਹੀਦੀ ਹੈ, ਹੈ ਨਾ। ਅਸੀਂ ਇਹ ਨਹੀਂ ਸੋਚਦੇ ਵੀ ਵੇਟ ਲੋਸ ਹੋਣ ਦੇ ਨਾਲ ਨਾਲ ਆਰ ਬੋਡੀ ਸ਼ੁੱਡ ਬੀ ਵੈਰੀ ਹੈਲਦੀ ਵਿਦ ਇਟ, ਰਾਈਟ। ਸੋ ਇਹ ਬੁੱਕ ਵਿੱਚ ਸਾਡੇ ਇਹਨਾਂ ਨੇ ਸਾਰਾ ਕੁਝ ਦੱਸਿਆ ਹੋਇਆ ਕਿ ਅਸੀਂ ਕਿੱਦਾਂ ਹੈਲਦੀ ਖਾ ਕੇ, ਬੇਸਿਕ ਜੋ ਇਹਨਾਂ ਦਾ ਸਾਰੀ ਬੁੱਕ ਹੈ ਨਾ, ਇੱਕ ਇਹਦੀ ਰਾਉਂਡ ਘੁੰਮਦੀ ਹੈ ਵੀ ਸਾਨੂੰ ਹਰ 2-2 ਘੰਟੇ ਬਾਅਦ ਖਾਣਾ ਚਾਹੀਦਾ। ਠੀਕ ਹੈ, ਉਹ ਇਸ ਬੁੱਕ ਦੇ ਵਿੱਚ ਬੜੀ ਅੱਛੀ ਲੈਂਗੁਏਜ ਹੈ ਇਹਨਾਂ ਦੀ ਲਿਖਣ ਦੀ, ਮਤਲਬ ਅਗਰ ਤੁਹਾਨੂੰ ਇੰਗਲਿਸ਼ ਆਪਾਂ ਨੂੰ ਥੋੜ੍ਹੀ ਬਹੁਤੀ ਵੀ ਆਉਂਦੀ ਹੈ ਨਾ, ਯੂ ਕੈਨ ਰੀਡ ਇਟ ਵੈਰੀ ਈਜ਼ੀਲੀ, ਤੁਹਾਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਏਗੀ ਬੁੱਕ ਪੜ੍ਹਨ ਦੇ ਵਿੱਚ। ਬਹੁਤ ਈਜ਼ੀ ਲੈਂਗੁਏਜ ਉਹਨਾਂ ਨੇ ਲਿਖਿਆ ਹੋਇਆ। ਸੋ ਇਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸਾਰੇ ਕੀ ਕਰਦੇ ਹਾਂ ਵੀ ਸਟਾਰਵੇਸ਼ਨ ਮੂਡ 'ਤੇ ਚੱਲ ਜਾਂਦੇ ਹਾਂ ਵੀ ਅਸੀਂ ਖਾਣਾ ਨਹੀਂ। ਇੱਕ ਅਸੀਂ ਸਵੇਰ ਦਾ ਖਾਣਾ ਖਾਧਾ, ਉਸ ਤੋਂ ਬਾਅਦ ਅਸੀਂ ਕੁਝ ਖਾਧਾ ਹੀ ਨਹੀਂ, ਜਾਂ ਸਵੇਰ ਦਾ ਨਹੀਂ ਖਾਧਾ, ਉਸ ਤੋਂ ਬਾਅਦ ਸਿੱਧਾ ਆਣ ਕੇ ਸ਼ਾਮ ਨੂੰ ਲੱਗੀ ਅਤਿਅੰਤ ਭੁੱਖ, ਫਿਰ ਅਸੀਂ ਜੋ ਦਿਖਿਆ ਉਹ ਸਾਹਮਣੇ ਖਾ ਲਿਆ। ਸੋ ਇਹ ਹੁੰਦਾ ਹੈ ਸਾਡਾ ਬੈਡ ਹੈਲਦੀ ਲਾਈਫ ਸਟਾਈਲ, ਹੈਲਦੀ ਨਹੀਂ ਬੈਡ ਲਾਈਫ ਸਟਾਈਲ। ਸੋ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਅਸੀਂ ਕੁਛ ਨਹੀਂ ਖਾਂਦੇ ਯਾਰ, ਅਸੀਂ ਤਾਂ ਵੀ ਮੋਟੇ ਹੋ ਜਾਂਦੇ ਹਾਂ। ਦੈਟ ਇਜ਼ ਦ ਰੀਜ਼ਨ ਅਸੀਂ ਮੋਟੇ ਹੋ ਰਹੇ ਹਾਂ, ਬਿਕੋਜ਼ ਅਸੀਂ ਕੁਝ ਖਾ ਨਹੀਂ ਰਹੇ। ਸੋ ਇਹ ਬੁੱਕ ਦੇ ਵਿੱਚ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਇਹ ਸਾਰਾ ਕੁਝ ਸਮਝਾਇਆ ਹੋਇਆ ਹੈ। ਪਹਿਲਾਂ ਸਾਡੇ ਕੋਲ ਇੰਟਰੋਡਕਸ਼ਨ ਆ ਜਾਂਦੀ ਆ ਅਬਾਊਟ ਦਿਸ ਬੁੱਕ। ਠੀਕ ਹੈ, ਇਹਨਾਂ ਨੇ ਕਿਹਾ ਹੈ ਵੀ ਕਿੱਦਾਂ ਅਸੀਂ ਆਪਣੀ ਡਾਇਟ ਨੂੰ, ਹੁਣ ਜਿਵੇਂ ਹਰ ਇੱਕ ਬੰਦੇ ਦੀ ਪਰਸਨਲ ਡਾਇਟ ਹੁੰਦੀ ਹੈ, ਬਟ ਇਹਦੇ ਅਕੋਰਡਿੰਗ ਆਪਾਂ ਆਪਣੀ ਡਾਇਟ ਬਣਾ ਸਕਦੇ ਹਾਂ। ਕ੍ਰੈਸ਼ ਡਾਈਟਸ ਕੀ ਹੁੰਦੀਆਂ? ਇਜ਼ ਅ ਡਾਇਟ ਵਿਚ ਇਜ਼ ਐਕਸਟ੍ਰੀਮ ਇਨ ਇਟਸ ਨਿਊਟ੍ਰੀਸ਼ਨਲ ਡੈਪਰੀਵੇਸ਼ਨ, ਮਤਲਬ ਕਿ ਅਸੀਂ ਨਿਊਟ੍ਰੀਸ਼ਨ ਬਾਰੇ ਉਸ ਡਾਇਟ ਦੇ ਵਿੱਚ ਧਿਆਨ ਰੱਖ ਹੀ ਨਹੀਂ ਰਹੇ ਹੁੰਦੇ, ਅਸੀਂ ਬਹੁਤ ਡੈਪਰੀਵੇਸ਼ਨ 'ਚ ਚੱਲ ਜਾਂਦੇ ਹਾਂ। ਦੈਟ ਇਜ਼ ਨੋਨ ਐਜ਼ ਨਿਊਟ੍ਰੀਸ਼ਨ ਡੈਪਰੀਵੇਸ਼ਨ। ਠੀਕ ਹੈ, ਸੋ ਹਾਊ ਟੂ ਯੂਜ਼ ਦਿਸ ਬੁੱਕ, ਕੁਛ ਵੀ ਨਹੀਂ ਹੈ ਇਹਦੇ ਵਿੱਚ ਕਿ ਤੁਸੀਂ ਇਸ ਚੀਜ਼ ਨੂੰ ਫੋਲੋ ਵੀ ਕਰਨਾ ਹੈ, ਨਹੀਂ ਕਿ ਪੜ੍ਹ ਕੇ ਅਤੇ ਬਸ ਇਹਨੂੰ ਛੱਡ ਦੇਣਾ। ਠੀਕ ਹੈ, ਸੋ ਇਹਦੇ ਵਿੱਚ ਆ ਗਿਆ ਵੀ ਡਾਈਟ ਜਿਹੜੀ ਆ, ਇਟ ਇਜ਼ ਨਾਟ ਅ ਸਟਾਰਵੇਸ਼ਨ। ਡਾਈਟ ਨੂੰ ਅਸੀਂ ਜਦੋਂ ਵੀ ਕਹਿੰਦੇ ਹਾਂ ਡਾਈਟਿੰਗ, ਸੋ ਡਾਈਟਿੰਗ ਮੀਨਸ ਕਿ ਅਸੀਂ ਸਵੇਰ ਦਾ ਖਾਣਾ ਇੱਕ ਐਪਲ ਖਾ ਲਿਆ, ਜਾਂ ਸਾਰਾ ਦਿਨ ਐਪਲਸ 'ਤੇ ਰਹੇ, ਜਾਂ ਸਾਰਾ ਦਿਨ ਮਿਲਕ 'ਤੇ ਰਹੇ। ਇਹੋ ਜਿਹੇ ਬਹੁਤ ਸਾਰੇ ਡਾਇਟੀਸ਼ੀਅਨਸ ਨੇ ਜੋ ਇਹੋ ਜਿਹੀਆਂ ਸਾਨੂੰ ਡਾਈਟਸ ਦਿੰਦੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਆ ਵੀ ਆਪਾਂ ਉਹਨਾਂ ਨਾਲ ਪਤਲੇ ਜ਼ਰੂਰ ਹੋਵਾਂਗੇ, ਬਟ ਜਦੋਂ ਅਸੀਂ ਉਸ ਚੀਜ਼ ਨੂੰ, ਆਪਾਂ ਦੇਖੋ ਸਾਰੀ ਉਮਰ ਉਸ ਚੀਜ਼ ਨੂੰ ਫੋਲੋ, ਤੁਸੀਂ ਹੁਣ ਤੁਹਾਨੂੰ ਮੈਂ ਇੱਕ ਸਵਾਲ ਪੁੱਛਦੀ ਹਾਂ, ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਮਤਲਬ ਸਾਰਾ ਆਪਣੀ ਲਾਈਫ, ਪੂਰੀ ਆਪਣੀ ਲਾਈਫ ਇੱਕ ਐਪਲਸ 'ਤੇ ਰਹਿ ਸਕਦੇ ਹੋ? ਫਰੂਟ ਡੇ ਹੋ ਗਿਆ, ਇੱਕ ਜੀ ਆਪਣਾ ਮਿਲਕ ਡੇ ਹੋ ਗਿਆ, ਫਲਾਨਾ ਡੇ ਹੋ ਗਿਆ, ਟਮਖਾਨ ਡੇ ਹੋ, ਅਸੀਂ ਇੱਦਾਂ ਨਹੀਂ ਰਹਿ ਸਕਦੇ। ਸਾਡੀ ਲਾਈਫ ਇਹੋ ਜਿਹੀ ਹੈ ਹੀ ਨਹੀਂ, ਸਪੈਸ਼ਲੀ ਪੰਜਾਬੀਆਂ।
ਪੰਜਾਬੀ ਆਉਂਦੀ, ਅਸੀਂ ਜਦੋਂ ਤੱਕ ਪਰੌਂਠੇ ਨਾ ਖਾ ਲਈਏ ਹੈ ਨਾ, ਜਦੋਂ ਤੱਕ ਰੋਟੀਆਂ ਨਾ ਖਾ ਲਈਏ ਸਾਨੂੰ ਤਾਂ ਸੈਟੀਸਫੈਕਸ਼ਨ ਹੁੰਦੀ ਨਹੀਂ ਆ। ਸੋ ਡਾਈਟ ਨੂੰ ਜਿਹੜਾ ਇੱਕ 4 ਵਰਡਾਂ ਦਾ ਲੈਟਰ ਰਹਿ ਗਿਆ ਇਹਨਾਂ ਦੇ ਅਕੋਰਡਿੰਗ ਕਿ ਡਾਈਟ ਨੂੰ ਅਸੀਂ ਸਟਾਰਵੇਸ਼ਨ ਮੋਡ ਮੰਨ ਲੈਂਦੇ ਹਾਂ, ਵਿਚ ਇਜ਼ ਨੋਟ। ਮਤਲਬ ਡਾਈਟ ਸਾਡੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਾਡੇ ਕੋਲ ਪ੍ਰੋਟੀਨ ਵੀ ਹੋਵੇ, ਕਾਰਬਸ ਵੀ ਹੋਣ, ਫੈਟ ਵੀ ਹੋਵੇ, ਮਤਲਬ ਜਿਹੜੀ ਗੁੱਡ ਫੈਟ ਆ, ਗੁੱਡ ਪ੍ਰੋਟੀਨ ਹੋਣਾ ਚਾਹੀਦਾ, ਗੁੱਡ ਕਾਰਬਸ ਹੋਣੇ ਚਾਹੀਦੇ ਆ, ਕਾਰਬਸ ਸ਼ੁੱਡ ਬੀ ਕੰਪਲੈਕਸ ਹੋਣੇ ਚਾਹੀਦੇ ਆ। ਮਤਲਬ ਅਸੀਂ ਇਹ ਨਹੀਂ ਕਿ ਆਟਾ ਹੀ ਖਾਈ ਜਾਣਾ, ਕਣਕ ਹੀ ਖਾਈ ਜਾਣੇ ਆ, ਸਾਨੂੰ ਆਪਣੀ ਜਿਹੜੇ ਆ ਕਣਕ ਆ ਉਹਨੂੰ ਚੇਂਜ ਕਰਨਾ ਚਾਹੀਦਾ ਵਿਦ ਬਾਜਰਾ, ਜਵਾਰ, ਮਤਲਬ ਸੀਜ਼ਨ ਦੇ ਅਕੋਰਡਿੰਗ ਸਾਨੂੰ ਇਹ ਸਾਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਠੀਕ ਹੈ। ਇਹਦੇ ਵਿੱਚ ਬਹੁਤ ਜੋ ਇਹਨਾਂ ਦੀ ਬੁੱਕ ਦਾ ਹੈਗਾ ਮੇਨ ਰੀਜ਼ਨ ਕਿ ਇਹਨਾਂ ਨੇ ਆਪਣੇ ਜਿਹੜੇ ਕਲਾਇੰਟਸ ਆ ਉਹਨਾਂ ਦੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਹੋਏ ਆ, ਮਤਲਬ ਉਹਨਾਂ ਦੀ ਪੂਰੀ ਲਿਖੇ ਹੋਏ ਆ ਵੀ ਉਹ ਕਿੱਦਾਂ ਉਹਨਾਂ ਕੋ ਆਏ, ਕਿੱਦਾਂ ਉਹਨਾਂ ਨੇ ਉਹਨਾਂ ਨਾਲ ਸ਼ੇਅਰ ਕੀਤਾ। ਦਿਸ ਇਜ਼ ਆਲ ਅਬਾਊਟ ਦਿਸ ਬੁੱਕ, ਠੀਕ ਹੈ। ਡਿਟੌਕਸ ਡਾਈਟ ਇੱਕ ਹੁੰਦੀ ਆ ਜੋ ਬੜੀ ਚੱਲੀ ਅੱਜ ਕੱਲ੍ਹ ਵੀ, ਇਹ ਜਿਹੜੀ ਡਰਿੰਕ ਹੈ ਤੁਹਾਨੂੰ ਡਿਟੌਕਸ ਕਰੂਗੀ। ਉਹ ਆਈ ਲਵ ਦਿਸ ਵਨ, ਡਿਟੌਕਸ ਡਾਈਟ, ਦ ਮੋਸਟ ਫੈਸ਼ਨੇਬਲ ਟਰਮ ਇਨ ਡਾਈਟਿੰਗ। ਸੋ ਫਸਟ ਯੂ ਐਕਸੈਪਟ ਦੈਟ ਐਵਰੀਥਿੰਗ ਯੂ ਹੈਵ ਫੈਡ ਯੋਰ ਬੋਡੀ ਇਜ਼ ਟੌਕਸਿਕ। ਮਤਲਬ ਬੜੀ ਅੱਛੀ ਬੁੱਕ ਹੈ, ਕਿਉਂ ਕਹਿੰਦੇ ਪਹਿਲਾਂ ਤੁਸੀਂ ਇਹ ਐਕਸੈਪਟ ਕਰੋ ਵੀ ਜੋ ਹੁਣ ਤੱਕ ਤੁਸੀਂ ਖਾ ਰਹੇ ਹੋ ਸਾਰਾ ਟੌਕਸਿਕ ਹੈ। ਹੁਣ ਤੁਸੀਂ ਉਹਨੂੰ ਇੱਕ ਦਿਨ ਅਸੀਂ ਡਿਟੌਕਸ ਡਾਈਟ 'ਤੇ ਚਲੇ ਗਏ ਵੀ ਅਸੀਂ ਕੀ ਪੀਤਾ, ਜੂਸ ਪੀਤੇ ਗਏ ਹੈ ਨਾ, ਜੂਸ ਪੀਂਦੇ ਗਏ ਤੇ ਮੇਕਿੰਗ ਯੂਜ਼ਿੰਗ ਆਊਟ ਆਫ ਦਾ ਕਰੇਲਾ ਤੂਰੀਆ ਉਹਦਾ ਅਸੀਂ ਜੂਸ ਪੀ ਲਿਆ ਤੇ ਅਸੀਂ ਆਪਣੀ ਬੋਡੀ ਨੂੰ ਡਿਟੌਕਸ ਕਰ ਲਿਆ। ਮਤਲਬ ਸਾਰਾ ਹਫਤਾ ਗੰਦ ਖਾਈ ਜਾਓ, ਇੱਕ ਦਿਨ ਆਣ ਕੇ ਡਿਟੌਕਸ ਕਰ ਲਓ। ਦਿਸ ਇਜ਼ ਨਾਟ ਦ ਥਿੰਗ। ਇੱਦਾਂ ਕੋਈ ਭਾਰ ਨਹੀਂ ਘਟਦਾ, ਇਹ ਸਿਰਫ ਆਪਣੇ ਆਪ ਨੂੰ ਨਾ ਬਣਾਉਣ ਪਾਗਲ ਬਣਾਉਣ ਦੀ ਗੱਲ ਹੁੰਦੀ ਹੈ। ਐਵਰੀਥਿੰਗ ਹਰਬਲ ਇਜ਼ ਗੁੱਡ, ਕੋਈ ਵੀ ਚੀਜ਼ ਹਰਬਲ ਆ ਤਾਂ ਉਹ ਅੱਛੀ ਆ, ਇੱਦਾਂ ਨਹੀਂ ਹੁੰਦਾ। ਇਹ ਅਸੀਂ ਜਿਵੇਂ ਹਰਬਲ ਚੀਜ਼ਾਂ ਲੈ ਲੈਂਦੇ ਹਾਂ ਨਾ ਵੀ ਇਹ ਚੀਜ਼ ਹਰਬਲ ਆ, ਤੁਸੀਂ ਇਹ ਚੀਜ਼ਾਂ ਲਈ ਜਾਂਦੇ ਹੋ। ਐਵਰੀਥਿੰਗ ਦੈਟ ਇਜ਼ ਹਰਬਲ ਇਜ਼ ਨਾਟ ਨੈਸੈਸਰਲੀ ਸੇਫ। ਨਿਕੋਟਿਨ ਐਂਡ ਮੈਰੀਜੂਨਾ ਆਰ ਹਰਬਲ ਟੂ, ਪਰ ਇਹ ਸੇਫ ਨਹੀਂ ਹੈਗੀ। ਨਿਕੋਟਿਨ ਤੇ ਮੈਰੀਜੂਨਾ ਜੋ ਅਸੀਂ ਖਾਂਦੇ ਹਾਂ, ਜੋ ਨਸ਼ੇ ਹੁੰਦੀ ਆ, ਇਹ ਸੇਫ ਨਹੀਂ ਹੁੰਦੇ। ਐਕਸਰਸਾਈਜ਼ ਐਂਡ ਡਾਈਟਿੰਗ ਆਰ ਮਿਊਚੁਅਲੀ ਐਕਸਕਲੂਸਿਵ। ਓਕੇ, ਸੋ ਇਹਦੇ ਵਿੱਚ ਵੀ ਇਹੋ ਹੀ ਆ ਵੀ ਐਕਸਰਸਾਈਜ਼ ਤੇ ਡਾਈਟਿੰਗ, ਮਤਲਬ ਅਗਰ ਤੁਸੀਂ ਆਪਣੀ ਡਾਈਟ ਸਹੀ ਰਹਿ ਰਹੇ ਹੋ, ਨਾਲ ਐਕਸਰਸਾਈਜ਼ ਕਰ ਰਹੇ ਹੋ, ਤਾਂ ਇਹ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ। ਇਹ ਨਹੀਂ ਵੀ ਤੁਸੀਂ ਇੱਕ ਦਿਨ ਐਕਸਰਸਾਈਜ਼ ਨਹੀਂ ਕਰ ਰਹੇ, ਸਿਰਫ ਡਾਈਟ ਵੱਲ ਧਿਆਨ ਦੇ, ਨਹੀਂ। ਦੋਵੇਂ ਚੀਜ਼ਾਂ ਮਤਲਬ ਇਕੁਅਲ ਅਮਾਊਂਟ 'ਚ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਦੇਖੋ ਇਕੁਅਲ ਅਮਾਊਂਟ 'ਚ ਨਹੀਂ ਮੈਂ ਕਹਿ ਰਹੀ, ਬਟ ਅਗਰ 30% ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤਾਂ 80% ਤੁਹਾਡੀ ਡਾਈਟ ਵੀ ਤੁਹਾਨੂੰ ਅੱਛੀ ਫੋਲੋ ਕਰਨੀ ਪਏਗੀ। ਇਹਨੇ ਐਕਸਰਸਾਈਜ਼ ਕਰਕੇ ਤੁਸੀਂ ਜੰਕ ਖਾਈ ਜਾ ਰਹੇ ਹੋ, ਸੋ ਉਹ ਵੀ ਸਹੀ ਨਹੀਂ ਹੈਗਾ, ਠੀਕ ਹੈ। ਉਸੇ ਤਰ੍ਹਾਂ 30 to ਉਹਨਾਂ ਦੀ ਬੁੱਕ ਦੇ ਅਨੁਸਾਰ 30 to 45 ਮਿੰਟਸ ਆਫ ਐਕਸਰਸਾਈਜ਼ 3 ਦਿਨਾਂ ਲਈ ਹਫਤੇ 'ਚ ਸਾਨੂੰ ਕਰਨੀ ਚਾਹੀਦੀ ਆ, ਠੀਕ ਹੈ। the word body works on the basic principle use it or lose it। ਇਹ ਮੈਂ ਮੇਨ ਇਹਨਾਂ ਦੇ ਵਿੱਚ ਫਾਈਂਡ ਆਊਟ ਕੀਤੀ ਹੈ, ਬਹੁਤ ਅੱਛੀ ਬੁੱਕ ਆ, ਠੀਕ ਹੈ। ਇਹ ਕਹਿੰਦੇ ਪਰ ਇਹ ਬਹੁਤ ਵੱਡਾ ਮਿਥ ਹੈ ਸਾਡੇ, ਜੋ ਮੈਂ ਹੁਣੇ ਕਿਹਾ ਵੀ ਐਜ਼ ਲੌਂਗ ਐਜ਼ ਯੂ ਐਕਸਰਸਾਈਜ਼ ਇਟਸ ਓਕੇ ਟੂ ਈਟ ਵਟ ਐਵਰ ਯੂ ਵਾਂਟ, ਬਟ ਇੱਦਾਂ ਨਹੀਂ ਹੁੰਦਾ, ਠੀਕ ਹੈ। ਸਾਡੇ 'ਚ ਜਿਹੜੀ ਬੇਸਿਕ ਅਸੀਂ ਜੋ ਵੇਟ ਲੋਸ ਦੀ ਗੱਲ ਕਰਦੇ ਹਾਂ, ਬੇਸਿਕ ਅਸੀਂ ਫੈਟ ਲੋਸ ਦੀ ਗੱਲ ਕਰੀਏ ਤਾਂ ਜ਼ਿਆਦਾ ਬੈਟਰ ਹੋਏਗਾ, ਬਿਕੋਜ਼ ਅਸੀਂ ਵੇਟ ਨਹੀਂ ਲੋਸ ਕਰਨਾ ਹੁੰਦਾ, ਅਸੀਂ ਫੈਟ ਲੋਸ ਕਰਨੀ ਹੁੰਦੀ ਹੈ। ਜ਼ਿਆਦਾ ਸਾਡੇ ਉੱਤੇ ਜਿਹੜੀ ਹੁੰਦੀ ਹੈ ਫੈਟ ਹੁੰਦੀ ਹੈ, ਠੀਕ ਹੈ। ਸੋ ਵਨ ਸਾਈਜ਼ ਡਜ਼ਨਟ ਫਿਟ ਆਲ, ਇਹਦਾ ਮਤਲਬ ਕੀ ਆ? ਤਰ੍ਹਾਂ ਦੇ ਫਰੇਜ਼ਸ ਨਾਲ ਇਹਨਾਂ ਨੇ ਦੱਸਿਆ ਵੀ ਜਿਵੇਂ ਇੱਕ ਸਾਈਜ਼ ਸਾਰਿਆਂ ਨੂੰ ਨਹੀਂ ਆ ਸਕਦਾ, ਜਿਵੇਂ ਹੁਣ ਮੇਰੀ ਟੀ-ਸ਼ਰਟ ਦਾ ਸਾਈਜ਼ ਆ ਉਹ ਮਤਲਬ ਸਾਰਿਆਂ ਨੂੰ ਨਹੀਂ ਆਏਗਾ ਹੈ ਨਾ, ਮਤਲਬ ਡਿਫਰੈਂਟ ਪਰਸਨਸ ਨੂੰ ਆਏਗਾ ਅਕੋਰਡਿੰਗ ਟੂ ਦੇਅਰ ਵੇਟ। ਉਸੇ ਤਰ੍ਹਾਂ ਜਿਹੜੀ ਇੱਕ ਡਾਈਟ ਆ ਉਹ ਸਾਰਿਆਂ ਲਈ ਫੋਲੋ ਨਹੀਂ ਹੋ ਸਕਦੀ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਵੀ ਜਿਹੜੀਆਂ ਵੀ ਡਾਈਟਸ ਹੁੰਦੀਆਂ, ਸੋ ਸਾਨੂੰ ਆਪਣੀ ਡਾਈਟ ਜਿਹੜੀ ਆ ਆਪਣੇ ਅਕੋਰਡਿੰਗ ਬਣਾਉਣੀ ਪੈਂਦੀ ਹੈ, ਜਾਂ ਤਾਂ ਕਿਸੇ ਡਾਈਟੀਸ਼ੀਅਨ ਸਰਟੀਫਾਈਡ ਡਾਈਟੀਸ਼ੀਅਨ ਕੋਲ ਜਾਣਾ ਪੈਂਦਾ ਹੈ ਨਾ, ਵੀ ਜੋ ਸਾਡੇ ਆਪਣੀ ਸਾਰੀ ਲਾਈਫ ਸਟਾਈਲ ਦੇਖ ਕੇ ਸਾਡੀ ਡਾਈਟ ਬਣਾਵੇ, ਜਾਂ ਫਿਰ ਅਸੀਂ ਖੁਦ ਬਣਾ ਸਕਦੇ ਹਾਂ ਬੁੱਕਸ ਪੜ੍ਹ ਕੇ। ਮੈਂ ਹੁਣੇ ਕੁਛ ਦਿਨਾਂ ਤੱਕ ਮੈਂ ਉਹਨਾਂ ਦੀਆਂ ਹੋਰ 3-4 ਬੁੱਕ ਲਿਆਉਣੀਆਂ ਰਜੂਤਾ ਦੀ ਵਰਕ ਕਰਦੀਆਂ, ਉਹਨਾਂ ਦੀ ਵੀ ਮੈਂ ਸਮਰੀ ਤੁਹਾਨੂੰ ਜ਼ਰੂਰ ਦਊਂਗੀ। ਡਾਈਟਿੰਗ ਇਜ਼ ਨਾਟ ਅ ਰॉकेट ਸਾਇੰਸ ਬਟ ਇਟਸ ਦ ਸਾਇੰਸ ਇਨ ਇਟਸੈਲਫ। ਸੋ ਡਾਈਟਿੰਗ ਇਜ਼ ਵੈਰੀ, ਮਤਲਬ ਡਾਈਟਿੰਗ ਜਿਵੇਂ ਮੈਂ ਡਾਈਟਿੰਗ ਵਰਡ ਕਹਿ ਰਹੀ ਹਾਂ ਵੀ ਮਤਲਬ ਇਹ ਨਹੀਂ ਕਿ ਭੁੱਖੇ ਰਹਿਣਾ ਜਾਂ ਫਿਰ ਉਹ ਇੱਕ ਦਿਨ ਜੂਸ ਹੋ ਗਿਆ, ਇੱਕ ਦਿਨ ਉਹ ਹੋ ਗਿਆ। ਡਾਈਟਿੰਗ ਇਜ਼ ਇਟਸੈਲਫ ਕਿ ਆਪਣੀ ਜੋ ਥਾਲੀ ਹੋਣੀ ਚਾਹੀਦੀ ਆ ਉਹ ਸਾਰੀ ਨਿਊਟ੍ਰੀਸ਼ਨਲ ਹੋਣੀ ਚਾਹੀਦੀ ਆ, ਮਤਲਬ ਉਹਦੇ 'ਚ ਹਰ ਤਰ੍ਹਾਂ ਦਾ ਨਿਊਟ੍ਰੀਸ਼ਨ ਹੁੰਦਾ, ਪ੍ਰੋਟੀਨ ਹੋਣਾ ਚਾਹੀਦਾ ਆ, ਸਾਡੇ ਕਾਰਬਸ ਹੋਣੇ ਚਾਹੀਦੇ ਆ, ਵੈਜੀਟੇਬਲਸ ਹੋਣੇ ਚਾਹੀਦੇ ਆ, ਫੈਟਸ ਹੋਣੀ ਚਾਹੀਦੀ ਆ। ਮਤਲਬ ਅਗਰ ਇੱਕ ਥਾਲੀ ਤੁਸੀਂ ਸਵੇਰੇ ਖਾ ਰਹੇ ਹੋ ਬ੍ਰੇਕਫਾਸਟ ਦੇ ਵਿੱਚ, ਸੋ ਹਾਂ ਬ੍ਰੇਕਫਾਸਟ ਦੇ ਵਿੱਚ ਅਗਰ ਤੁਸੀਂ ਲੈ ਰਹੇ ਹੋ ਤਾਂ ਇੱਕ ਚਪਾਤੀ ਹੋ ਗਈ, ਕਾਰਬਸ ਹੋ ਗਏ, ਠੀਕ ਹੈ। ਅਗਰ ਮਲਟੀਗ੍ਰੇਨ ਹੋਏਗੀ ਤਾਂ ਵੈਰੀ ਗੁੱਡ ਹੋਏਗਾ, ਕੰਪਲੈਕਸ ਕਾਰਬ ਹੋ ਜਾਣਗੇ। ਇੱਕ ਤੁਸੀਂ ਰਾਜਮਾਂਹ ਦੀ ਅਗਰ ਸਬਜ਼ੀ ਲੈ ਲਈ ਹੈ ਨਾ, ਉਹ ਹੋ ਗਿਆ। ਇੱਕ ਨਾਲ ਤੁਸੀਂ ਦਹੀਂ ਲਿਆ, ਉਹ ਸਾਡੇ ਕੋਲ ਕੀ ਹੋ ਜਾਣਗੇ, ਪ੍ਰੋਬਾਇਓਟਿਕਸ ਹੋ ਜਾਣਗੇ ਹੈ ਨਾ, ਉਹ ਸਾਡੇ ਕੋਲ ਦਹੀਂ ਹੋ ਗਿਆ, ਲੈ ਲਓ। ਫਿਰ ਸਬਜ਼ੀ ਕੋਈ ਹੈ ਤਾਂ ਉਹ ਲੈ ਲਓ ਹੈ ਨਾ। ਇੱਦਾਂ ਸਾਡੇ ਕੋਲ ਹਰ ਇੱਕ, ਹਾਂ, ਅਤੇ ਥੋੜ੍ਹਾ ਜਿਹਾ ਦੇਸੀ ਘਿਓ ਪਾ ਲਓ ਵਿੱਚ, ਦੇਸੀ ਘਿਓ ਇਜ਼ ਵੈਰੀ ਇੰਪੋਰਟੈਂਟ,
ठीक है। ਅਸੀਂ ਮੱਖਣੀ ਦੀ ਗੱਲ ਕਰੀਏ ਸਾਰਿਆਂ ਨਾਲੋਂ ਚੰਗਾ ਹੈ ਦੇਸੀ ਘਿਓ। ਸੋ ਅਗਰ ਘਰ ਦਾ ਹੋਵੇ ਉਹ ਤਾਂ ਬਹੁਤ ਜ਼ਿਆਦਾ ਵਧੀਆ ਹੋ ਗਿਆ ਹੈ ਨਾ। ਸੋ ਇਹ ਨਹੀਂ ਵੀ ਕਹਿੰਦੇ ਹਾਂ ਵੀ ਤੁਸੀਂ ਇਹ ਨਹੀਂ ਕਹਿਣਾ ਵੀ ਹੁਣ ਮੈਂ ਸਾਰਾ ਅਗਰ ਮੈਂ ਡਾਈਟਿੰਗ 'ਤੇ ਜਾ ਰਹੀ ਹਾਂ weight loss 'ਤੇ ਜਾ ਰਹੀ ਹਾਂ ਮੈਂ ਸਾਰਾ ਕੁਝ ਛੱਡ ਦੇਵਾਂ, ਨਹੀਂ ਬਿਲਕੁਲ ਨਹੀਂ। ਤੁਸੀਂ ਖਾ ਸਕਦੇ ਹੋ। ਤੁਸੀਂ ਅਗਰ ਤੁਸੀਂ ਕਹਿੰਦੇ ਹੋ ਵੀ ਚਿਪਸ ਇਹ ਸਾਰੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਚਿਪਸ ਕੁਰਕਰੇ ਹੋ ਗਏ ਜੋ ਪੈਕਡ ਚੀਜ਼ਾਂ ਹੁੰਦੀਆਂ ਇਹ ਅਵੋਇਡ ਕਰਨੀਆਂ ਚਾਹੀਦੀਆਂ ਕਿਉਂਕਿ ਇਹਨਾਂ 'ਚ ਬਹੁਤ ਸਾਰੇ ਪ੍ਰੀਜ਼ਰਵੇਟਿਵਸ ਹੁੰਦੇ ਆ, ਠੀਕ ਹੈ। ਇਹ ਸਾਡੀ ਬੋਡੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਆ, ਮਤਲਬ ਇਨ ਦ ਸੈਂਸ ਕਿ weight loss ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਸਾਡਾ ਜੋ, ਬਟ ਇਹ ਸਾਡੀ ਬੋਡੀ ਨੂੰ ਵੈਸੇ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ। ਸਾਡੀ ਬੋਡੀ ਜਿਹੜੀ ਆ ਉਹ ਇਨਕੈਪੇਬਲ ਹੋ ਜਾਂਦੀ ਆ, ਮਤਲਬ ਅਨਕੈਪੇਬਲ ਹੋ ਜਾਂਦੀ ਆ ਕੋਈ ਵੀ ਟਾਸਕ ਕਰਨ ਨੂੰ। ਸੋ ਅਸੀਂ ਸੈਡ ਹੋ ਜਾਂਦੇ ਹਾਂ ਹੈ ਨਾ। ਅਸੀਂ ਕਹਿੰਦੇ ਹਾਂ ਨਾ ਵੀ ਜਦੋਂ ਮੈਂ ਸਟ੍ਰੈਸਡ ਹੁੰਦਾ ਹੈ ਅਤੇ ਮੇਰਾ ਚਿਪਸ ਖਾਣ ਨੂੰ ਜੀ ਕਰਦਾ ਕੁਰਕਰੇ, ਦੈਟ ਇਜ਼ ਉਹ ਸਾਡੇ ਵਿੱਚ ਇੱਕ ਹੋ ਜਾਂਦੀ ਬੈਡ ਚੀਜ਼ ਹੋ ਜਾਂਦੀ। ਉਸੇ ਤਰ੍ਹਾਂ ਅਗਰ ਹੈਲਦੀ ਖਾਵਾਂਗੇ, ਹਾਂ ਜਿਵੇਂ ਪਕੌੜੇ ਘਰ ਦੇ ਬਣਾਏ ਹੋਏ ਆ, ਪੂੜੀ ਘਰ ਦੀਆਂ ਬਣਾਈਆਂ ਹੋਈਆਂ ਤੁਸੀਂ ਖਾ ਸਕਦੇ ਹੋ, ਬਟ ਵਨਸ ਇਨ ਅ ਵਾਈਲ, ਮਤਲਬ ਮਹੀਨੇ 'ਚ ਇੱਕ ਵਾਰੀ, ਚਲੋ ਮੰਨ ਲਓ 2 ਵਾਰੀ ਮਹੀਨੇ 'ਚ। ਇਹ ਬੁੱਕ ਦੇ ਅਕੋਰਡਿੰਗ ਕਿ ਤੁਸੀਂ 6 ਤੋਂ 7 ਪਕੌੜੇ ਖਾ ਸਕਦੇ ਹੋ ਅਤੇ 4 ਤੋਂ 5 ਪੂੜੀਆਂ ਖਾ ਸਕਦੇ ਹੋ। ਅਗਰ ਤੁਸੀਂ ਆਪਣੀ ਘਟਾ ਵੀ ਸਕਦੇ ਹੋ ਕੁਆਂਟਿਟੀ, ਦੈਟ ਡਿਪੈਂਡਸ ਔਨ ਯੂ ਓਨਲੀ, ਰਾਈਟ। ਬਟ ਵਧਾਓ ਨਾ ਇਹ ਤੋਂ 6 ਤੋਂ 7 ਪਕੌੜੇ। ਅਤੇ ਇਹ ਨਹੀਂ ਕਿ 6 ਤੋਂ 7 ਪਕੌੜੇ ਵੀ ਖਾ ਲਏ ਅਤੇ 3 ਤੋਂ 4 ਪੂੜੀਆਂ ਵੀ, ਨਹੀਂ ਜੀ, ਟਾਈਮ 'ਤੇ ਇੱਕ ਚੀਜ਼ ਖਾਣੀ ਆ, ਠੀਕ ਹੈ। ਉਸੇ ਤਰ੍ਹਾਂ 2-2 ਘੰਟੇ ਬਾਅਦ ਜੋ ਇਹਨਾਂ ਦੀ ਡਾਇਟ ਆ ਉਹਦੇ ਵਿੱਚ ਇਹ ਆ ਵੀ ਮੰਨ ਲਓ ਤੁਸੀਂ ਹੁਣ 8 ਵਜੇ ਤੁਸੀਂ ਬ੍ਰੇਕਫਾਸਟ ਕੀਤਾ, ਉਸ ਤੋਂ ਬਾਅਦ 2 ਘੰਟੇ ਤੋਂ 8, ਠੀਕ ਹੈ। ਹੁਣ ਤੁਸੀਂ 10 ਵਜੇ ਖਾ ਲਓ ਆਪਣਾ ਮਿਡ ਬ੍ਰੇਕਫਾਸਟ ਜੋ ਵੀ ਹੁੰਦਾ ਹੈ। ਮਿਡ ਮਾਰਨਿੰਗ ਤੁਸੀਂ ਫਰੂਟਸ ਲੈ ਸਕਦੇ ਹੋ। ਉਸ ਤੋਂ ਬਾਅਦ ਲੰਚ ਤੋਂ ਫਰੂਟਸ ਹੋ ਗਏ, ਫਿਰ ਲੰਚ ਲੈ ਲਓ। ਫਿਰ ਲੰਚ ਤੋਂ ਬਾਅਦ 2 ਘੰਟਿਆਂ ਬਾਅਦ ਤੁਸੀਂ ਕੁਝ ਵੀ ਲੈ ਚੀਜ਼ ਦਾ ਇੱਕ ਪੀਸ ਲੈ ਸਕਦੇ ਹੋ, ਠੀਕ ਹੈ। ਜਾਂ ਫਿਰ ਉਸ ਤੋਂ 2 ਘੰਟਿਆਂ ਬਾਅਦ ਅਗਰ ਤੁਹਾਨੂੰ ਭੁੱਖ ਲੱਗ ਰਹੀ ਹੈ, ਭੁੱਖ ਲੱਗ ਨਹੀਂ ਰਹੀ, ਤੁਸੀਂ ਖਾਣਾ ਹੀ ਖਾਣਾ, ਮਤਲਬ ਥੋੜ੍ਹੀ ਅਮਾਊਂਟ 'ਚ, ਇਹ ਨਹੀਂ ਵੀ ਵਾਵਾ ਖਾ ਲੈਣਾ, ਥੋੜ੍ਹਾ ਥੋੜ੍ਹਾ, ਕਿਉਂਕਿ ਅਗਰ ਤੁਸੀਂ ਭੁੱਖੇ ਨਾ ਰਹੋਗੇ ਫਿਰ ਤੁਹਾਨੂੰ ਰੋਟੀ ਦੀ ਵੀ ਘੱਟ ਭੁੱਖ ਲੱਗੀ। ਫਿਰ ਤੁਸੀਂ ਉਹ ਲੈ ਸਕਦੇ ਹੋ, ਚਨੇ ਲੈ ਸਕਦੇ ਹੋ ਰੋਸਟਡ, ਮੂੰਗਫਲੀ ਲੈ ਸਕਦੇ ਹੋ, ਹੁਣ ਵਿੰਟਰਸ ਨੇ ਸੋ ਮੂੰਗਫਲੀ ਇਜ਼ ਅ ਵੈਰੀ ਗੁੱਡ ਆਪਸ਼ਨ, ਠੀਕ ਹੈ। ਰਿਓੜੀਆਂ ਹੋ ਗਈਆਂ, ਨਾਲ ਮੂੰਗਫਲੀ ਲੈ ਲਓ, ਇਹੋ ਜਿਹੀ ਚੀਜ਼ਾਂ ਖਾਓਗੇ, ਠੀਕ ਹੈ। ਉਸ ਤੋਂ ਬਾਅਦ ਰਾਤ ਨੂੰ ਕਹਿੰਦੇ ਤੁਸੀਂ 2 ਰੋਟੀਆਂ ਖਾ ਸਕਦੇ ਹੋ ਰਮਾਨ ਨਾਲ। ਇਹ ਨਹੀਂ ਵੀ ਰਾਤ ਨੂੰ ਸਟਾਰਵੇਸ਼ਨ ਮੋਡ 'ਤੇ ਚਲ ਜਾਂਦੇ, ਰਾਤ ਨੂੰ ਮੈਂ ਕੁਝ ਖਾਣਾ ਹੀ ਨਹੀਂ, ਠੀਕ ਹੈ। ਇਹ ਨਹੀਂ ਵੀ ਸੂਪਸ ਪੀ ਜਾਣੇ। ਇਹ ਬੁੱਕ ਦੇ ਅਕੋਰਡਿੰਗ ਸੂਪਸ ਐਂਡ ਆਲ ਦੀਸ ਥਿੰਗਸ ਤੁਸੀਂ ਲੈ ਸਕਦੇ ਹੋ, ਬਟ ਇਹ ਨਹੀਂ ਕਿ ਇਹਨਾਂ ਨੂੰ ਹੀ ਆਪਣਾ ਜਿਹੜਾ ਹੁੰਦਾ ਹੈ। ਹੁਣ ਹਾਂ ਬਿਟਰ ਟਰੂਥ ਅਬਾਊਟ ਸਵੀਟਨਰਸ, ਹੁਣ ਬਹੁਤ ਸਾਰੇ ਲੋਕ ਸਵੀਟਨਰਸ 'ਤੇ ਚੱਲ ਜਾਂਦੇ। ਅਸੀਂ ਆਪਣੀ ਸਵੀਟਸ ਛੱਡ ਦਿੰਦੇ ਹਾਂ, ਸ਼ੂਗਰ ਛੱਡ ਦਿੰਦੇ ਹਾਂ, ਹੈ ਨਾ, ਚੀਨੀ ਛੱਡ ਦਿੰਦੇ ਹਾਂ। ਅਸੀਂ ਅਲਟੀਮੇਟ ਸਵੀਟਨਰਸ 'ਤੇ ਚੱਲ ਜਾਂਦੇ ਹਾਂ ਜਿਨ੍ਹਾਂ 'ਤੇ ਹੋਰ ਜ਼ਿਆਦਾ ਪ੍ਰੀਜ਼ਰਵੇਟਿਵਸ ਅਤੇ ਉਹ ਹੋਰ ਜ਼ਿਆਦਾ ਮਾੜੇ, ਉਹ ਚੀਨੀ ਤੋਂ ਵੀ ਮਾੜੇ ਹੁੰਦੇ ਆ, ਬਿਕੋਜ਼ ਉਹਨਾਂ ਦੇ ਵਿੱਚ ਹਿਡਨ ਸ਼ੂਗਰ ਹੁੰਦੀ ਆ, ਠੀਕ ਹੈ। ਜੋ ਉਹਨਾਂ ਦੇ ਵਿੱਚ ਸ਼ੂਗਰ ਹੁੰਦੀ ਆ, ਸਾਡੇ ਬਿਸਕਿਟਸ ਦੇ ਵਿੱਚ ਸ਼ੂਗਰ ਹੁੰਦੀ, ਜਿਨ੍ਹਾਂ 'ਤੇ ਲਿਖਿਆ ਹੁੰਦਾ ਨਾ ਵੀ ਨੋ ਸ਼ੂਗਰ, ਬੇਸਿਕਲੀ ਉਹ ਸਭ ਤੋਂ ਝੂਠੇ ਹੁੰਦੇ, ਬਿਕੋਜ਼ ਉਹਨਾਂ ਦੇ ਵਿੱਚ ਸਵੀਟਨਰਸ ਹੁੰਦੇ ਆ, ਉਹ ਤਾਂ ਲੋ ਹੀ ਨਾ, ਉਹ ਤਾਂ ਮਾੜੇ ਆ, ਠੀਕ ਹੈ, ਸਾਡੀ ਬੋਡੀ ਦੇ ਵਿੱਚ। ਓਕੇ। ਉਸ ਤੋਂ ਬਾਅਦ ਜੂਸਿਸ ਇਹਨਾਂ ਨੇ ਕਿਹਾ ਹੈ ਕਿ ਜੂਸਿਸ ਵੀ ਨਹੀਂ ਪੀਣੇ ਚਾਹੀਦੇ। ਤੁਸੀਂ ਆ ਫਰੂਟ ਨੂੰ ਐਜ਼ ਅ ਹੋਲ ਖਾਓਗੇ, ਦੈਟ ਇਜ਼ ਮੱਚ ਮੋਰ ਬੈਟਰ ਦੈਨ ਜੂਸਿਸ, ਬਿਕੋਜ਼ ਜੂਸਿਸ ਦੇ ਵਿੱਚ ਉਹਦਾ ਸਾਰਾ ਜੋ ਨਿਊਟਰੀਐਂਟ ਹੈ, ਉਹਦਾ ਸਾਰਾ ਫਾਈਬਰ ਆ, ਉਹ ਚਲ ਜਾਂਦਾ, ਠੀਕ ਹੈ। ਹਾਂ ਬਟ ਕਿਉਂਕਿ ਇਹਦੇ ਨਾਲ ਕੀ ਆ, ਕਹਿੰਦੇ ਵੈਨ ਇਟ ਕਮਸ ਟੂ ਫਰੂਟ ਈਟ ਡੋਂਟ ਡਰਿੰਕ, ਫਰੂਟ ਨੂੰ ਖਾਓ ਪੀਓ ਨਾ, ਠੀਕ ਹੈ। ਕਿਉਂਕਿ ਇਹਦੇ ਜਿਹੜੇ ਫਾਈਬਰਸ ਆ ਉਹ ਸਾਰੇ ਜਿਹੜੇ ਹੈਗੇ ਆ ਉਹ ਬਿਕੋਜ਼ ਉਹ ਖਰਾਬ ਹੋ ਜਾਂਦੇ। ਉਸੇ ਤਰ੍ਹਾਂ ਅਗਰ ਚਿਊ ਕਰਾਂਗੇ ਅਸੀਂ ਫਰੂਟ ਨੂੰ ਤਾਂ ਉਹ ਸਾਡੀ ਡੈਂਟਲ ਕੈਵਿਟੀਜ਼ ਵਾਸਤੇ ਵੀ ਗੁੱਡ ਆ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਚੀਟ। ਉਸ ਤੋਂ ਬਾਅਦ ਨੈਕਸਟ ਚੈਪਟਰ ਆ ਜਾਂਦਾ ਹਾਊ ਟੂ ਈਟ ਰੀਲਰਨ, ਠੀਕ ਹੈ। ਇਹਦੇ ਵਿੱਚ ਲਿਖਿਆ ਕਿ ਸਾਨੂੰ ਪਹਿਲਾਂ ਆਪਣੀ ਬੋਡੀ ਤੋਂ ਪੁੱਛਣਾ ਚਾਹੀਦਾ। ਸੋ ਆਈ ਹੋਪ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਅਗਰ ਮੈਂ ਹੁਣ ਬੋਲਿਆ, ਬਿਕੋਜ਼ ਬੁੱਕ ਬਹੁਤ ਲੰਬੀ ਆ, ਇੱਕ ਦਿਨ 'ਚ ਕਵਰ ਨਹੀਂ ਹੋ ਸਕਦੀ, ਹੈ ਨਾ। ਬੁੱਕ ਬਹੁਤ ਲੰਬੀ ਵੱਡੀ ਆ, ਠੀਕ ਹੈ। ਬਟ ਯੂ ਕਾਂਟ ਟਰਸਟ ਮੀ ਕਿ ਮੈਂ ਇਹ ਬੁੱਕ, ਮਤਲਬ ਸਾਰਾ ਦਿਨ ਤਾਂ ਮੈਂ ਫ੍ਰੀ ਨਹੀਂ ਰਹਿੰਦੀ, ਬਟ ਫਿਰ ਵੀ ਇਹ ਬੁੱਕ ਮੈਂ 3 ਦਿਨਾਂ 'ਚ ਪੜ੍ਹ ਲਈ। ਮਤਲਬ ਮੈਨੂੰ ਇੰਨੀ ਬੁੱਕ ਪਸੰਦ ਆਈ ਨਾ ਕਿ ਪਹਿਲੇ ਦਿਨ ਤਾਂ ਆਈ, ਮੈਂ ਇੰਨੀ ਬੁੱਕ ਮੈਨੂੰ ਲੱਗਦਾ ਮੈਂ ਪੜ੍ਹ ਵੀ ਲਈ ਹੋਣੀ ਆ ਰਾਤ ਨੂੰ ਬੈਠੀ ਬੈਠੀ। ਮੈਂ ਜਿਸ ਦਿਨ ਮੈਂ ਫਸਟ ਡੇ ਲਿਆਈ ਸੀ ਰਾਤ ਨੂੰ ਘੰਟਾ ਵੀ ਨਹੀਂ ਲੱਗਾ ਹੋਣਾ, ਮੈਂ ਇੰਨੀ ਬੁੱਕ ਪੜ੍ਹ ਲਈ, ਬਿਕੋਜ਼ ਇੰਨੀ ਬੁੱਕ ਇੰਟਰਸਟਿੰਗ ਹੈ ਯਾਰ। ਜੋ ਤੁਸੀਂ ਪੜ੍ਹੇ ਜਾਓਗੇ ਨਾ, ਪੜ੍ਹੀ ਜਾਓਗੇ, ਤੁਹਾਡਾ ਇੰਟਰਸਟ ਬਣੇਗਾ। ਇੰਨਾ ਇੰਟਰਸਟ ਤਾਂ ਕਦੀ ਮੈਂ ਆਪਣੇ ਸਬਜੈਕਟਸ 'ਚ ਵੀ ਨਹੀਂ ਲਿਆ ਜੋ ਮੇਰੇ ਸਬਜੈਕਟਸ ਨੇ ਇਸ ਟਾਈਮ 'ਤੇ, ਜਿੰਨਾ ਇੰਟਰਸਟ ਮੈਨੂੰ ਇਹ ਸਬਜੈਕਟਸ 'ਤੇ ਆ। ਮਤਲਬ ਆਈ ਜਸਟ ਲਵ ਦਿਸ ਬੁੱਕ। ਤਾਂ ਮੈਨੂੰ ਲੱਗਦਾ ਇਹਨਾਂ ਦੀਆਂ ਹੋਰ ਬੁੱਕਸ ਵੀ ਹੈਗੀਆਂ ਨੇ, ਹਾਂ ਆਈ ਥਾਟ ਹੈਗੀਆਂ ਆ, ਤਾਂ ਉਹ ਵੀ ਬੁੱਕਸ ਮੈਂ ਜ਼ਰੂਰ ਲਿਆਉਂਗੀ। ਰਜੂਤਾ ਹੈਜ਼, ਦੇਖੋ ਇੱਥੇ ਲਿਖਿਆ ਵੀ ਹੋਇਆ ਕਰੀਨਾ ਕਪੂਰ ਨੇ, ਰਜੂਤਾ ਹੈਜ਼ ਨॉट ਚੇਂਜਡ ਮਾਈ ਬੋਡੀ ਬਟ ਆਲਸੋ ਮਾਈ ਮਾਈਂਡ ਐਂਡ ਸੋਲ, ਸ਼ੀ ਇਜ਼ ਦ ਬੈਸਟ ਥਿੰਗ ਟੂ ਹੈਵ ਹੈਪਨ ਟੂ ਮਾਈ ਲਾਈਫ, ਦੈਟਸ ਕਰੀਨਾ ਕਪੂਰ ਵਰਡਿੰਗ। ਸੋ ਵਰਡਿੰਗ ਹੋਵੇ ਚਾਹੇ ਨਾ ਹੋਵੇ ਸਾਨੂੰ ਨਹੀਂ ਆ, ਬਟ ਸਾਡੀ ਅਸੀਂ ਇਸ 2021 ਦੇ ਵਿੱਚ ਆਪਣਾ weight loss ਕਰਨਾ ਹੈ,
वेट लॉस नहीं, बेसिकली फैट लॉस करना है। सो वो बहुत इंपॉर्टेंट आ। एक चीज़ जो मैनू कमी इस बुक की लगी दैट इज़ कि ਇਹਦੇ ਵਿੱਚ ਨਾ ਬਹੁਤ वर्ड्स ਜਿਹੜੇ ਆ, ਬਹੁਤ ਸਾਰੀਆਂ ਲਾਈਨਸ, मतलब ਇੱਕੋ ਹੀ ਗੱਲ ਅਗਰ ਤੁਸੀਂ ਫਸਟ ਪੇਜ ਤੋਂ ਲੈ ਕੇ ਚੱਲੋਗੇ ਲਾਸਟ ਪੇਜ ਤੱਕ ਨਾ, ਇੱਕ ਵਰਡ ਹੈਗਾ ਹੈ ਜਿਹਨੂੰ ਅਸੀਂ ਕਹਿੰਦੇ ਵੀ ਅਗਰ ਅਸੀਂ ਇਹੋ ਜਿਹੀ ਕ੍ਰੈਸ਼ ਡਾਈਟਿੰਗ ਕਰਦੇ ਹਾਂ ਤਾਂ ਉਹ ਸਾਡਾ weight ਡਬਲ ਅਸੀਂ ਰੀਗੇਨ ਕਰ ਲੈਂਦੇ ਹਾਂ ਬਾਰ-ਬਾਰ। मतलब वो वर्डिंग बार-बार यूज़ ਕੀਤੀ ਗਈ ਹੈ। मतलब ਹਾਲਾਂਕਿ ਹਾਂ ਠੀਕ ਹੈ, ਕਈਆਂ ਨੂੰ ਅੱਛੀ ਲੱਗੇਗੀ ਬਟ ਮੈਨੂੰ ਐਜ਼ ਪਰਸਨਲੀ ਮੈਨੂੰ ਨਹੀਂ ਅੱਛੀ ਲੱਗੀ। ਸੋ ਇਹ ਮੇਰੇ ਵਿਊ ਆ, ਤੁਸੀਂ ਕਮੈਂਟ 'ਚ ਕੁਝ ਬੁਰਾ ਨਾ ਲਿਖਿਓ, ਇਟਸ ਮਾਈ ਵਿਊ ਓਨਲੀ। ਸੋ ਹਾਂ ਬਾਕੀ ਬੁੱਕ ਇਜ਼ ਵੈਰੀ ਗੁੱਡ, ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਇੰਨੀ ਕੁਛ ਮਹਿੰਗੀ ਨਹੀਂ ਆ, ਆਈ ਥਿੰਕ ਸੋ ਮੈਨੂੰ ਇਹ 120 ਦੀ ਨਹੀਂ 250 ਦੀ ਹੈ, ਬਟ ਮੈਨੂੰ ਲੱਗਦਾ ਹੈ ਪਤਾ ਨਹੀਂ ਕਿੰਨੇ ਦੀ ਪਈ ਆ, ਅਬਾਊਟ 200 ਦੀ ਮੇਬੀ, ਨਹੀਂ 230 ਦੀ, कुछ इदा ही है। मतलब तो 2-20 रुपए कट होने, हाँ ज़्यादा नहीं, मतलब ठीक है, बुक अच्छी है, बुक के प्राइस के अकॉर्डिंग बुक बहुत अच्छी है। तो होप मैं होर वधिया बुक्स ਇਹੋ ਜਿਹੀ ले आवांगी। प्लीज़ सब्सक्राइब माई चैनल, लाइक इट एंड हिट दैट बेल आइकन प्लीज़ यार, सब्सक्राइबर ਵਧਾ ਦਿਓ, ਹੁਣ ਤੇ ਨਵਾਂ ਸਾਲ ਵੀ ਆ ਗਿਆ। थैंक यू सो मच, हैव अ नाइस डे, बाय बाय।